बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं दसांगा कि लाहौर दे विच एक पुलिस नूं फ्रिज दा जिहड़ा गत्ता नहीं हुंदा, जिहड़ा फ्रिज दे उत्ते चढ़िया हुंदा, इहदे विच एक लाश मिलदी आ फ्लाईओवर दे थल्लों। ते ਉਹ एक दोस्त ਹੁੰਦੇ ने आपस ਵਿੱਚ चार जने। ਉਹ दोस्त ਜਿਹੜੇ ने चौथे बंदे ਨੂੰ ਤਿੰਨ जने रल के लालच ਦੇ ਵਿੱਚ आ के मार ਦਿੰਦੇ ਨੇ। ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ 29 ਦਸੰਬਰ ਦਾ ਆ। लाहौर दे विच एक इलाका है शफीका आबाद। उत्थे एक फैमिली रहिंदी आ। उस फैमिली दे विच एक बेटा, एक बीवी ते एक खामद खुद हुंदा। सिर्फ 3 जने हुंदे आ। ते उस फैमिली दे सरबराह दा नाम हुंदा नदीम। नदीम जिहड़ा बाहर रहिंदा आ ते आंदा आ, साल बाद आके अपनी बीवी नूं खर्चा मरचा दे के फिर वापस चल जांदा, नाल छुट्टी कट जांदा। ਉਹਦਾ ਇੱਕ ਹੀ ਬੇਟਾ ਹੁੰਦਾ ਅਕਲੌਤਾ ਨਬੀਲ। ਉਹਦੀ ਉਮਰ ਹੁੰਦੀ ਆ 22 ਸਾਲ। ਉਹਨਾਂ ਨੇ ਉਹਦੀ ਸ਼ਾਦੀ ਰੱਖ ਦਿੱਤੀ। ਉਹਦੀ ਸ਼ਾਦੀ ਜਿਹੜੀ ਇਸ ਜਨਵਰੀ ਦੇ ਐਂਡ ਤੇ ਸੀ, ਤੇ ਲੇਕਿਨ ਉਹ ਸ਼ਾਦੀ ਉਹਨੂੰ ਕਰਨੇ ਦਾ ਮੌਕਾ ਹੀ ਨਾ ਦੋਸਤਾਂ ਨੇ ਦਿੱਤਾ। ਤੇ ਉਹ ਵਾਕਿਆ ਇਸ ਤਰ੍ਹਾਂ ਕਿ ਇਹਦੇ 4 ਦੋਸਤ ਸੀ ਇਹ ਆਪਸ ਵਿੱਚ ਹੀ। ਤੇ ਜਿਹਦੇ ਆ ਨਾਮ ਸੀ ਸਭ ਤੋਂ ਪਹਿਲਾਂ ਅਹਿਸਨ। ਉਹਦੀ ਉਮਰ ਜਿਹੜੀ ਸੀ 24 ਸਾਲ ਸੀ। ਇੱਕ ਦੋਸਤ ਸੀ ਉਹਦਾ ਆਮਦ, ਉਹਦੀ ਉਮਰ ਸੀ 18 ਸਾਲ। ਇੱਕ ਉਹਦਾ ਦੋਸਤ ਸੀ ਮੁਦੱਸਰ, ਉਹਦੀ ਉਮਰ 22 ਸਾਲ। ਤੇ ਚੌਥਾ ਇਹ ਨਬੀਲ ਸੀ, ਇਹਦੀ ਉਮਰ ਵੀ 22 ਸਾਲ ਸੀ। ਇਹ 4 ਬੜੇ ਗਹਿਰੇ ਯਾਰ ਸੀ, ਆਪਸ ਵਿੱਚ ਹੀ ਦੋਸਤ ਸੀ। 28 ਦਸੰਬਰ ਨੂੰ ਇਹ ਆਪਣੀ ਮਾਂ ਨੂੰ ਕਹਿ ਕੇ ਸ਼ਾਮ ਨੂੰ ਜਾਂਦਾ ਕਿ ਅੰਮੀ, अगर मैं रात को लेट हो गया तो तू सो जाई, मेरा फिक्र ना करी। असी जरा चारे दोस्त सैर सपाटे ते जा रहे हैं ते हो सकता मैं लेट आ जा, तू परेशान ना होई। जिस वेले टाइम काफ़ी गुजरता गया, रात के 12 बजे तो बाद 1, 2, 3 बज गए। माँ ने फिर कालां करनियां शुरू करतियां बेटे नूं, ते बेटा हुण काल नहीं उठा रहा। ਤੇ ਮਾਂ ਫਿਰ ਇਹਦੇ ਦੋਸਤਾਂ ਨੂੰ ਕਾਲ ਕਰਦੀ ਆ ਕਿ ਬੇਟਾ ਜਿਹੜਾ ਮੇਰਾ ਨਬੀਲ ਉਹ ਫੋਨ ਨਹੀਂ ਚੁੱਕਦਾ, ਕਿੱਥੇ ਆ? ਉਹ ਕਹਿੰਦਾ ਸੀ ਕਿ ਮੈਂ ਦੋਸਤਾਂ ਦੇ ਨਾਲ ਬਾਹਰ ਜਾ ਰਿਹਾ। ਉਹ ਦੋਸਤ ਜਿਹੜੇ ਸੀ ਉਹਦੇ ਉਹ ਕਹਿਣ ਲੱਗੇ ਕਿ ਮਾਂ ਉਹ ਬਿਲਕੁਲ ਤੁਹਾਨੂੰ ਗਲਤ ਦੱਸ ਕੇ ਗਿਆ, ਉਹ ਸਾਡੇ ਨਾਲ ਨਹੀਂ ਗਿਆ ਹੈਗਾ। ਅਗਲੇ ਦਿਨ ਫਿਰ 29 ਦਸੰਬਰ ਨੂੰ ਸਵੇਰ ਹੋ ਗਏ, ਸ਼ਾਮ ਤੱਕ ਇੰਤਜ਼ਾਰ ਕੀਤਾ। ਫਿਰ ਉਹ ਜਾਂਦੀ ਆ ਮਾਂ ਥਾਣੇ ਸ਼ਫੀਕਾਬਾਦ ਲਾਹੌਰ ਦੇ ਵਿੱਚ जाके FIR दर्ज करांदी आ और कहती है कि मेरा बेटा जड़ा नबील 22 साला वो कल का 28 दसंबर का निकलिया होया ते हजे तक नहीं वापस आया। पता नहीं किसी ने अगवा कर लिया या किसी ने मारता, की वजह हजे तक मैनू नहीं मिलिया। पुलिस जिहड़ी आ मां दे कहण दे उत्ते FIR दर्ज करदी आ ते मां नूं मुद्दई बना लैंदी आ ते परचा जिहड़ा वो अगवा दा कर दिंदे ने। उस तो बाद थाने वाले कहते ने ਉਹਦੀ ਮਾਂ ਨੂੰ ਨਬੀਲ ਦੀ ਨੂੰ ਕਿ ਅੰਮਾ ਇੱਕ ਸਵੇਰ ਅਸੀਂ ਅੱਜ ਲਾਸ਼ ਜਿਹੜੀ ਆ ਉਹ ਪਕੜੀ ਆ, ਵੇਖੀ ਆ ਤੇ ਉਹਨੂੰ ਹਸਪਤਾਲ ਮੁਰਦਾਖਾਨੇ ਦੇ ਵਿੱਚ ਰੱਖ ਦਿੱਤਾ ਗਿਆ। ਚੈੱਕ ਕਰੋ ਕਿ ਉਹ ਤੁਹਾਡੇ ਬੱਚੇ ਦੀ ਲਾਸ਼ ਤਾਂ ਨਹੀਂ। ਉਹ ਵਾਲਦਾ ਜਿਹੜੀ ਆ ਪੁਲਿਸ ਦੇ ਨਾਲ ਜਿਸ ਵੇਲੇ ਉੱਥੇ ਹਸਪਤਾਲ ਪਹੁੰਚਦੀ, ਮੁਰਦਾਖਾਨੇ ਵੇਖਦੀ ਆ ਤੇ ਉਹਦੀ ਜ਼ਮੀਨ ਜਿਹੜੀ ਪੈਰਾਂ ਦੇ ਥੱਲੋਂ ਨਿਕਲ ਜਾਂਦੀ ਆ। ਵੇਖ ਕੇ ਤੇ ਆਪਣੇ ਬੇਟੇ ਨਬੀਲ ਨੂੰ ਪਹਿਚਾਣ ਲੈਂਦੀ ਹੈ ਕਿ ਮੇਰੇ ਬੇਟੇ ਦੀ ਹੀ ਲਾਸ਼ ਆ। ਤੇ ਫਿਰ ਮਾਂ ਜਿਹੜੀ ਆ ਉਹ ਦੱਸਦੀ ਆ ਕਿ ਇਹ 28 ਦਸੰਬਰ ਨੂੰ ਮੈਨੂੰ ਇਸ ਤਰ੍ਹਾਂ ਕਹਿ ਕੇ ਗਿਆ ਸੀ ਤੇ ਇਸ ਤਰ੍ਹਾਂ ਮੈਨੂੰ ਨਹੀਂ ਸਮਝ ਆਈ ਕਿ ਕਿੱਧਰ ਗਿਆ ਇਹ। ਮੈਂ ਦੋਸਤਾਂ ਨੂੰ ਇਹਦੇ ਨੂੰ ਪੁੱਛਿਆ ਫੋਨ ਕਰਕੇ, ਉਹ ਕਹਿੰਦੇ ਸਾਡੇ ਨਾਲ ਨਹੀਂ ਆਇਆ। ਤੇ ਹੁਣ ਪਤਾ ਨਹੀਂ ਇਹਨੂੰ ਕਿਹਨੇ ਕਤਲ ਕਰਤਾ, किस तरह इस डब्बे च इनू पैक करके लाश जिहड़ी आ फ्लाईओवर दे उत्तों सुट दी।
ਹੁਣ ਜਿਹੜੀ ਪੁਲਿਸ ਆ ਉਹ ਤਹਿਕੀਕਾਤ ਕਰਦੀ ਆ। ਪੁਲਿਸ ਕਹਿੰਦੀ ਆ ਕਿ ਅਮਾ ਜੀ ਤੁਸੀਂ ਇਹਦੇ ਦੋਸਤਾਂ ਦੇ ਨਾਮ ਦੱਸੋ। ਉਹਨੇ ਦੱਸਿਆ ਕਿ ਐਹਸਨ 24 ਸਾਲਾ, ਆਮਦ 18 ਸਾਲਾ, ਮੁਦੱਸਰ 22 ਸਾਲਾ। ਇਹਦੇ 3 ਦੋਸਤ ਨੇ, ਚੌਥਾ ਇਹ ਆ। ਪੁਲਿਸ ਜਿਹੜੀ ਆ ਇਹਦੇ ਦੋਸਤਾਂ ਨੂੰ ਪਕੜ ਲੈਂਦੀ ਆ, ਐਹਸਨ ਨੂੰ ਤੇ ਆਮਦ ਨੂੰ। ਮੁਦੱਸਰ ਜਿਹੜਾ ਉਹ ਫਰਾਰ ਹੋ ਜਾਂਦਾ। ਪੁਲਿਸ ਦੋਨਾਂ ਨੂੰ ਪਕੜ ਕੇ ਥਾਣੇ ਲੈ ਆਉਂਦੀ ਆ। ਥਾਣੇ ਲਿਆ ਕੇ ਦੋਨਾਂ ਨੂੰ ਵਾਰੀ-ਵਾਰੀ, ਪਹਿਲਾਂ ਐਹਸਨ ਨੂੰ ਪੁਲਿਸ ਲੈ ਕੇ ਆਂਦੀ ਆ। ਐਹਸਨ ਨੂੰ ਕਹਿੰਦੀ ਆ ਹਾਂ ਬਈ ਸੱਚੀ ਸੱਚੀ ਦੱਸ ਦੇ, ਇਹਨੂੰ ਕਿਹਨੇ ਮਾਰਿਆ ਨਬੀਲ ਨੂੰ, ਇਹਦਾ ਮਾਰਨ ਦੀ ਵਜ੍ਹਾ ਕੀ ਸੀ, ਕੀ ਸਟੋਰੀ ਆ, ਸਾਰੀ ਸੱਚੀ ਸੱਚੀ ਗੱਲ ਦੱਸ ਦੇ। ਪਹਿਲਾਂ ਤਾਂ ਐਹਸਨ ਮੁਕਰ ਗਿਆ, ਉਹਨੇ ਕਿਹਾ ਕਿ ਅਸੀਂ ਨਹੀਂ ਇਹ ਮਾਰਿਆ। ਪੁਲਿਸ ਨੇ ਜਦੋਂ ਕਿਹਾ ਕਿ ਹੁਣ ਅਸੀਂ ਫਿਰ ਤੈਨੂੰ ਦੂਸਰੇ ਤਰੀਕੇ ਨਾਲ ਮਨਾਈਏ, ਤੇ ਐਹਸਨ ਜਿਹੜਾ ਫਿਰ ਮੰਨ ਜਾਂਦਾ। ਉਹ ਕਹਿੰਦਾ ਜੀ ਅਸੀਂ ਸਾਰੇ ਜਿਹੜੇ ਦੋਸਤ ਸੀ ਟਿਕਟਾਕ ਬਣਾਉਣ ਗਏ ਸੀ ਫਲਾਈਓਵਰ ਦੇ ਉੱਤੇ। ਟਿਕਟਾਕ ਬਣਾਉਂਦਿਆਂ ਨਬੀਲ ਦੇ ਕੋਲੋਂ ਖੁਦ ਜਿਹੜਾ ਪਿਸਟਲ ਉਹਦੇ ਹੱਥ 'ਚ ਫੜਿਆ ਹੋਇਆ ਸੀ, ਗੋਲੀ ਚੱਲ ਗਈ ਤੇ ਇਸ ਤਰ੍ਹਾਂ ਨਬੀਲ ਨੂੰ ਵੱਜ ਗਈ ਤੇ ਨਬੀਲ ਗਿਰ ਗਿਆ। ਤੇ ਅਸੀਂ ਡਰਦੇ ਹੋਏ ਫਿਰ ਉੱਥੋਂ ਨੱਸ ਆਏ ਹਾਂ। ਤੇ ਪੁਲਿਸ ਕਹਿੰਦੀ ਹੈ ਠੀਕ ਆ, 1 ਘੰਟੇ ਬਾਅਦ ਤੈਨੂੰ ਅਸੀਂ ਦੁਬਾਰਾ ਪੁੱਛਾਂਗੇ। ਪੁਲਿਸ ਜਿਹੜੀ ਆ ਉਹ ਐਹਸਨ ਨੂੰ ਬਾਹਰ ਭੇਜ ਦਿੰਦੀ ਆ ਤੇ ਫਿਰ ਦੁਬਾਰਾ ਆਮਦ ਨੂੰ ਬੁਲਾ ਲੈਂਦੀ ਆ। ਪੁਲਿਸ ਆਮਦ ਨੂੰ ਪੁੱਛਦੀ ਆ ਹਾਂ ਵੇ ਦੱਸ ਦੇ ਸਾਰੀ ਸੱਚੀ ਸੱਚੀ ਸਟੋਰੀ, ਕੀ ਸਟੋਰੀ ਆ। ਆਮਦ ਜਿਹੜਾ ਉਹ ਵੀ ਪਹਿਲੋਂ ਤਾਂ ਮੁਕਰ ਜਾਂਦਾ। ਫਿਰ ਪੁਲਿਸ ਜਦੋਂ ਛਿੱਤਰ ਪਰੇਡ ਦਿਖਾਉਂਦੀ ਆ ਵੀ ਇਹਦੇ ਨਾਲ ਅਸੀਂ ਮਨਾ ਲਾਂਗੇ, ਤੇ ਫਿਰ ਆਮਦ ਸਹੀ ਸੱਚ ਬੋਲ ਦਿੰਦਾ। ਆਮਦ ਕਹਿੰਦਾ ਕਿ ਅਸੀਂ ਚਾਰੋਂ ਦੋਸਤ ਜਿਸ ਵੇਲੇ ਬਾਹਰ ਇਕੱਠੇ ਨਿਕਲੇ ਤੇ ਐਹਸਨ ਨੂੰ ਪੈਸਿਆਂ ਦੀ ਜ਼ਰੂਰਤ ਸੀ। ਐਹਸਨ ਨੇ ਨਬੀਲ ਨੂੰ ਕਿਹਾ ਕਿ ਮੈਨੂੰ ਯਾਰ 90,000 ਰੁਪਈਆ ਚਾਹੀਦਾ ਤੇ ਮੈਨੂੰ ਉਧਾਰਾ ਦੇ ਤੇ ਮੈਂ ਤੈਨੂੰ ਵਾਪਸ ਕਰ ਦਿਆਂਗਾ। ਹੁਣ ਜਿਹੜਾ ਇਹ ATM ਕਾਰਡ ਲੈ ਕੇ ਨਾ ਐਹਸਨ ਨਬੀਲ ਕੋਲੋਂ, ਨਬੀਲ ਉਹਨੂੰ ਕਾਰਡ ਵੀ ਦੇ ਦਿੰਦਾ ATM ਤੇ ਕੋਡ ਵੀ ਦੱਸ ਦਿੰਦਾ, ਲੈ ਕੇ ਤੇ ਪੈਸੇ ਬੈਂਕ 'ਚ ਕਢਾਉਣ ਚਲ ਜਾਂਦਾ। ਜਾ ਕੇ ਜਿਸ ਵੇਲੇ ਚੈੱਕ ਕਰਦਾ, ਟ੍ਰਾਂਜੈਕਸ਼ਨ ਕਰਦਾ, ਬੈਲੈਂਸ ਦੇਖਦਾ ਕਿੰਨਾ, ਤੇ ਬੈਲੈਂਸ ਕਾਫੀ ਜ਼ਿਆਦਾ ਹੁੰਦਾ ਤੇ ਉਹ ਪਰੇਸ਼ਾਨ ਹੋ ਜਾਂਦਾ, ਬੇਈਮਾਨ ਹੋ ਜਾਂਦਾ। ਉਹਦੇ ਦਿਲ 'ਚ ਬੇਈਮਾਨੀ ਆ ਜਾਂਦੀ ਆ। ਉਹ 1 ਲੱਖ ਰੁਪਇਆ ਉੱਥੋਂ ਕਢਾ ਲੈਂਦਾ। ਉਹ ਫਿਰ ਫੌਰੀ ਮੈਸੇਜ ਜਿਹੜਾ ਉਹ ਟ੍ਰਾਂਜੈਕਸ਼ਨ ਜਿਹੜੀ ਹੋਈ ਹੋਵੇ ਮੋਬਾਈਲ ਦੇ ਉੱਤੇ ਆ ਜਾਂਦੀ ਆ। ਉਹ ਜਿਸ ਵੇਲੇ ਵਾਪਸ ਆਇਆ, ਆ ਕੇ ਕਹਿੰਦਾ ਆ ਲੈ ਯਾਰ ਆਪਣਾ ATM ਕਾਰਡ, ਤੇਰੀ ਮਿਹਰਬਾਨੀ ਤੇ ਤੂੰ ਮੇਰਾ ਵਕਤ ਸਾਰਿਆ। ਜਿਹੜਾ ਨਬੀਲ ਆ ਉਹ ਫਿਰ ਐਹਸਨ ਨੂੰ ਪੁੱਛਦਾ ਯਾਰ ਤੂੰ ਤਾਂ 90,000 ਰੁਪਇਆ ਮੈਨੂੰ ਕਹਿੰਦਾ ਸੀ ਕਢਾ, ਤੂੰ ਲੱਖ ਰੁਪਇਆ ਲਿਆ, ਤੇ ਇਹ ਤੂੰ ਗਲਤ ਕੀਤਾ। ਉਹ ਸੀਰੀਅਸ ਹੋ ਗਿਆ। ਉਹਨੇ ਕਿਹਾ ਕਿ ਤੈਨੂੰ ਆਪਣੀ ਔਕਾਤ ਯਾਦ ਰੱਖਣੀ ਚਾਹੀਦੀ, ਇਸ ਤਰ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਹੋਈਆਂ ਹੋਣਗੀਆਂ। ਐਹਸਨ ਨੂੰ ਬੜਾ ਗੁੱਸਾ ਚੜਿਆ। ਉਸ ਵੇਲੇ ਤਾਂ ਫਿਰ ਇਹ ਸਾਰੇ ਥੋੜੇ ਜਿਹਾ ਉਰੇ ਪਰੇ ਹੋ ਗਏ। ਇਹਨਾਂ ਤਿੰਨਾਂ ਨੇ ਰਲ ਕੇ ਨਾ ਸਲਾਹ ਬਣਾਈ ਕਿ ਨਬੀਲ ਕੋ ਪੈਸਾ ਬੜਾਇਆ ਤੇ ਇਹਨੇ ਆਮਦ ਨੂੰ ਤੇ ਮੁਦੱਸਰ ਨੂੰ ਕਿਹਾ ਕਿ ਤੁਸੀਂ ਵੀ ਬੜੇ ਲੋਕਾਂ ਦੇ ਪੈਸੇ ਦੇਣੇ ਆ, ਆਪਾਂ ਇਹਨੂੰ ਕਿਉਂ ਨਾ ਠਿਕਾਣੇ ਲਾਈਏ, ATM ਕਾਰਡ ਇਹਦੇ ਕੋਲੋਂ ਖੋਵਾਂਗੇ ਤੇ ਉਸ ਤੋਂ ਬਾਅਦ ਪੈਸੇ ਕਢਾਵਾਂਗੇ, ਕੋਡ ਦਾ ਮੈਨੂੰ ਪਤਾ, ਤੇ ਆਪਾਂ ਹਿੱਸੇ ਵੰਡ ਲਾਂਗੇ ਪੈਸੇ, ਬੜੀ ਹੈ ਰਕਮ ਇਹਦੇ ਅਕਾਊਂਟ ਦੇ ਵਿੱਚ। ਉਹਨਾਂ ਨੇ ਤਿੰਨਾਂ ਨੇ ਮੁਤਫਿਕਾ ਫੈਸਲਾ ਕਰ ਲਿਆ ਔਰ ਫਿਰ ਇਸ ਤਰ੍ਹਾਂ ਇਹ ਫਿਰ ਜਿਹੜੇ ਆ ਨਾ ਇਹਨਾਂ ਨੇ ਇਹਨੂੰ ਇੱਕ ਜਗ੍ਹਾ ਤੇ ਲੈ ਗਏ ਤੇ ਉੱਥੇ ਜਾ ਕੇ ਗੋਲੀ ਮਾਰੀ, ਇਹਨੂੰ ਮਾਰ ਦਿੱਤਾ ਤੇ ਮਾਰ ਕੇ ਤੇ ਹੁਣ ਇਹ ਪਰੇਸ਼ਾਨ ਹੋ ਗਏ ਕਿ ਇਹਨੂੰ ਸੁੱਟਣਾ ਕਿੱਦਾਂ, ਲੈ ਕੇ ਕਿੱਦਾਂ ਜਾਣਾ। ਫਿਰ ਇਹਨਾਂ ਨੇ ਇੱਕ ਫਰਿੱਜ ਦਾ ਡੱਬਾ ਲੱਭਿਆ, ਜਿਹੜਾ ਗੱਤਾ ਹੁੰਦਾ ਫਰਿੱਜ ਦਾ, ਉਹਦੇ ਵਿੱਚ ਲਾਸ਼ ਨੂੰ ਪਾਇਆ, ਇੱਕ ਕਾਰ ਕਿਰਾਏ ਤੇ ਲਈ ਤੇ ਲੈ ਕੇ ਤੇ ਇਹਨੂੰ ਸ਼ਫੀਕਾਬਾਦ ਦੇ ਕੋਲ ਕੋਈ ਗੰਦਾ ਨਾਲਾ, ਉਹਦੇ ਵਿੱਚ ਸੁੱਟਣੇ ਵਾਸਤੇ ਲੈ ਕੇ ਜਾਂਦੇ ਆ। ਅੱਗੇ ਲੱਗਾ ਹੁੰਦਾ ਪੁਲਿਸ ਦਾ ਨਾਕਾ। ਇਹ ਡਰਦੇ ਮਾਰੇ ਫਲਾਈਓਵਰ ਦੇ ਉੱਤੇ, ਪੁਲ ਦੇ ਉੱਤੇ ਗੱਡੀ ਚੜਾਉਂਦੇ ਨੇ ਤੇ ਇਹ ਕਹਿੰਦੇ ਨੇ ਯਾਰ ਇੱਥੋਂ ਹੀ ਥੱਲੇ ਇਹਨੂੰ ਸੁੱਟ ਦਈਏ, ਸੁੱਟ ਕੇ ਤੇ ਨੱਸ ਜਾਂਦੇ ਨੇ। ਇਹ ਡਰਦੇ ਮਾਰੇ ਇਹਨਾਂ ਨੇ ਉੱਥੇ ਹੀ ਥੱਲੇ ਇਹਨੂੰ ਸੁੱਟਿਆ ਫਲਾਈਓਵਰ ਦੇ ਪੁਲ ਦੇ ਥੱਲੇ, ਤੇ ਆਪ ਗੱਡੀ ਵਾਪਸ ਦੇ ਕੇ ਤੇ ਨੱਸ ਗਏ, ਘਰਾਂ ਨੂੰ ਚਲੇ ਗਏ। ਜਿਹੜਾ ਐਹਸਨ 24 ਸਾਲਾ ਉਹ ਤੇ ਆਮਦ ਦੋਨੋਂ ਪਕੜੇ ਗਏ। ਮੁਦੱਸਰ ਜਿਹੜਾ ਉਹ ਜ਼ਮਾਨਤ ਦੇ ਉੱਤੇ ਆ। ਤੇ ਇਸ ਤਰ੍ਹਾਂ ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਹੀ ਦੋਸਤ ਨੂੰ ਜਿਹੜਾ ਮਾਰ ਦਿੱਤਾ। ਕਦੀ ਵੀ ਆਪਣੀ ਜ਼ਾਤੀ ਮਾਲੂਮਾਤ, ਚਾਹੇ ਉਹ ਦੋਸਤ ਹੋਵੇ, ਰਿਸ਼ਤੇਦਾਰ ਹੋਵੇ, ਕਿਸੇ ਨੂੰ ਨਹੀਂ ਦੱਸਣੀ ਚਾਹੀਦੀ, ਕਿਉਂਕਿ ਕਿਸੇ ਦੇ ਦਿਲ ਦਾ ਕੀ ਪਤਾ, ਕੋਈ ਵੀ ਕਦੇ ਵੀ ਬੇਈਮਾਨ ਹੋ ਸਕਦਾ ਆ। ਕਦੇ ਵੀ ਆਪਣੇ ਦੋਸਤਾਂ ਤੇ ਇੰਨਾ ਭਰੋਸਾ ਨਾ ਕਰੋ ਕਿ ਉਹਨੂੰ ਕਾਰਡ ਦਿੱਤਾ, ਕੋਡ ਦੱਸਤਾ, ਜਾ ਕੇ ਜਾ ਯਾਰ ਮੇਰਾ ਬੈਲੈਂਸ ਵੀ ਚੈੱਕ ਕਰੀ ਆ, ਜੋ ਮਰਜ਼ੀ ਕਰ ਲਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਦੇ ਵਿੱਚ ਰੱਖੇ। ਅਸਲਾਮੁ ਅਲੈਕੁਮ ਵ ਰਹਿਮਤੁல்லாਹਿ ਵ ਬਰਕਾਤੁਹੂ।